ਜਦੋਂ ਮੈਂ ਵਿਧਵਾ ਹੋਈ ਤਾਂ ਮੇਰੀ ਦਰਾਣੀ ਨੇ ਮੇਰਾ ਵਿਆਹ ਆਪਣੇ ਪਤੀ ਨਾਲ ਕਰਵਾ ਦਿੱਤਾ। ਉਹ ਮੇਰੀ ਸੌਂਕਣ ਬਣ ਕੇ ਦਿਨ ਰਾਤ ਮੇਰੀ ਸੇਵਾ ਕਰਨ ਲੱਗੀ। ਉਹ ਮੈਨੂੰ ਰੋਜ਼ ਦੇਸੀ ਘਿਓ ਦਾ ਪਰੌਂਠਾ ਖਵਾਉਂਦੀ ਤੇ ਕਹਿੰਦੀ ਕਿ ਤੂੰ ਛੇਤੀ ਹੀ ਸਾਡੇ ਪਰਿਵਾਰ ਦੇ ਵਾਰਿਸ ਨੂੰ ਜਨਮ ਦੇਵੇਂਗੀ। ਜਦੋਂ ਮੈਂ ਸਵੇਰੇ ਉੱਠਦੀ ਤਾਂ ਉਹ ਢੇਰ ਸਾਰੇ ਪੈਸੇ ਮੇਰੇ ਪਰਸ ਵਿੱਚ ਪਾਉਂਦੀ ਤੇ ਮੈਨੂੰ ਡਾਕਟਰ ਦੇ ਲੈ ਜਾਂਦੀ। ਇੱਕ ਦਿਨ ਨਰਸ ਨੇ ਮੈਨੂੰ ਅਜਿਹੀ ਗੱਲ ਕਹੀ ਜਿਸ ਨੂੰ ਸੁਣ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ, ਕਿਉਂਕਿ ਮੇਰਾ ਨਾਮ ਸੁਮਨ ਹੈ। ਮੇਰੇ ਨਾਲ ਜ਼ਿੰਦਗੀ ਨੇ ਇੰਨਾ ਵੱਡਾ ਮਜ਼ਾਕ ਕੀਤਾ ਕਿ ਮੈਂ ਦੱਸ ਨਹੀਂ ਸਕਦੀ। ਮੈਂ ਸੋਚਦੀ ਰਹੀ ਕਿ ਸਭ ਕੁਝ ਠੀਕ ਹੈ, ਪਰ ਹੌਲੀ-ਹੌਲੀ ਸਭ ਬਰਬਾਦ ਹੁੰਦਾ ਗਿਆ। ਮੈਂ ਸਭ ਕੁਝ ਸਵੀਕਾਰ ਕਰ ਲਿਆ ਕਿ ਮੈਂ ਮਤਲਬੀ ਸੀ। ਮੇਰੀ ਕਹਾਣੀ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਪੂਰੀ ਕਹਾਣੀ ਸੁਣ ਕੇ ਤੁਸੀਂ ਜ਼ਰੂਰ ਦੱਸਿਓ ਕਿ ਮੈਂ ਸਹੀ ਕੀਤਾ ਜਾਂ ਗਲਤ। ਮੈਂ 18 ਸਾਲ ਦੀ ਸੀ ਜਦੋਂ ਮੇਰਾ ਵਿਆਹ ਕਰ ਦਿੱਤਾ ਗਿਆ ਸੀ। ਮੇਰਾ ਰਿਸ਼ਤਾ ਮੇਰੇ ਕਿਸੇ ਰਿਸ਼ਤੇਦਾਰ ਨੇ ਕਰਵਾਇਆ ਸੀ। ਮੇਰੇ ਹੋਣ ਵਾਲੇ ਪਤੀ ਤੇ ਦਿਓਰ ਦਾ ਵਿਆਹ ਇੱਕ ਦਿਨ ਹੀ ਸੀ। ਦਿਓਰ ਵਾਸਤੇ ਕੁੜੀ ਪਸੰਦ ਕਰ ਲਈ ਗਈ ਸੀ। ਦੂਜੇ ਬੇਟੇ ਵਾਸਤੇ ਮੈਨੂੰ ਪਸੰਦ ਕਰ ਲਿਆ ਗਿਆ। ਮੇਰਾ ਸਹੁਰਾ ਪਰਿਵਾਰ ਚੰਗਾ ਸੀ। ਮੈਂ ਆਪਣੇ ਮਾਪਿਓ ਦੀ ਇਕਲੌਤੀ ਧੀ ਸੀ। ਮੇਰੀ ਦਰਾਣੀ ਦਾ ਨਾਮ ਨੇਹਾ ਸੀ। ਅਸੀਂ ਇੱਕੋ ਦਿਨ ਵਿਆਹ ਕਰਕੇ ਸਸੁਰਾਲ ਆਈਆਂ ਸੀ। ਮੇਰੀ ਦਰਾਣੀ ਸਧਾਰਨ ਸ਼ਕਲ ਸੂਰਤ ਦੀ ਸੀ। ਇਹ ਸਭ ਲੋਕ ਮੇਰੀ ਹੀ ਤਾਰੀਫ ਕਰਨ ਲੱਗੇ। ਮੇਰਾ ਪਤੀ ਵੀ ਸਧਾਰਨ ਸ਼ਕਲ ਸੂਰਤ ਦਾ ਸੀ। ਜਾਣੇ ਅਣਜਾਣੇ ਮੇਰੇ ਕਰਕੇ ਨੇਹਾ ਨਾਲ ਬੁਰਾ ਹੋਇਆ। ਸਭ ਮੇਰੀ ਤਾਰੀਫ ਕਰ ਰਹੇ ਸਨ। ਉਸ ਵੱਲ ਕਿਸੇ ਨੇ ਜ਼ਿਆਦਾ ਧਿਆਨ ਨਾ ਦਿੱਤਾ। ਫਿਰ ਵੀ ਉਹ ਵਿਚਾਰੀ ਬਹੁਤ ਧੀਰਜ ਨਾਲ ਬੈਠੀ ਰਹੀ। ਅਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਮੇਰੇ ਪਤੀ ਮੈਨੂੰ ਬਹੁਤ ਪਿਆਰ ਕਰਦੇ ਸਨ, ਮੇਰੀ ਹਰ ਗੱਲ ਮੰਨਦੇ ਸੀ। ਅਸੀਂ ਵਧੀਆ ਤਰੀਕੇ ਨਾਲ ਇੱਕ ਦੂਜੇ ਨਾਲ ਰਹਿੰਦੇ ਸੀ, ਪਰ ਮੇਰੀ ਦਰਾਣੀ ਦੇ ਕਮਰੇ ਵਿੱਚੋਂ ਹਮੇਸ਼ਾ ਲੜਾਈ ਝਗੜੇ ਦੀ ਆਵਾਜ਼ ਆਉਂਦੀ ਸੀ। ਪਹਿਲਾਂ ਤਾਂ ਮੈਨੂੰ ਲੱਗਿਆ ਇਹ ਆਮ ਗੱਲ ਹੈ, ਕਿਉਂਕਿ ਵਿਆਹ ਤੋਂ ਬਾਅਦ ਇੱਕ ਦੂਜੇ ਨੂੰ ਸਮਝਣ ਵਿੱਚ ਥੋੜ੍ਹਾ ਸਮਾਂ ਤਾਂ ਲੱਗਦਾ ਹੈ, ਪਰ ਇੱਥੇ ਤਾਂ ਬਹੁਤ ਜ਼ਿਆਦਾ ਝਗੜੇ ਹੋ ਰਹੇ ਸਨ। ਮੇਰਾ ਦਿਓਰ ਮੈਂ ਆਪਣੀ ਪਤਨੀ ਦੇ ਜ਼ੋਰ-ਜ਼ੋਰ ਨਾਲ ਚਲਾਉਂਦਾ ਸੀ। ਜਦੋਂ ਮੈਂ ਆਪਣੀ ਪਤੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਪਤੀ ਪਤਨੀ ਦਾ ਆਪਸ ਦਾ ਮਾਮਲਾ ਹੈ, ਸਾਨੂੰ ਇਸ ਵਿੱਚ ਨਹੀਂ ਬੋਲਣਾ ਚਾਹੀਦਾ। ਇਸ ਲਈ ਮੈਂ ਵੀ ਹੁਣ ਜ਼ਿਆਦਾ ਧਿਆਨ ਨਾ ਦਿੰਦੀ। ਇੱਕ ਦਿਨ ਮੇਰਾ ਦਿਓਰ ਮੈਨੂੰ ਕਹਿਣ ਲੱਗਿਆ ਕਿ ਭਾਬੀ, ਤੁਸੀਂ ਮੇਰੀ ਪਤਨੀ ਨੂੰ ਵੀ ਕੁਝ ਸਿਖਾ ਦਿਓ ਤਾਂ ਕਿ ਉਹ ਵੀ ਤੁਹਾਡੇ ਵਾਂਗ ਸਜ-ਧਜ ਕੇ ਰਿਹਾ ਕਰੇ। ਮੈਂ ਆਪਣੇ ਦਿਓਰ ਨੂੰ ਕਿਹਾ ਕਿ ਨੇਹਾ ਬਹੁਤ ਪਿਆਰੀ ਹੈ, ਉਸਨੂੰ ਸਜਣ ਦੀ ਕੀ ਲੋੜ। ਤਾਂ ਉਹ ਕਹਿਣ ਲੱਗਿਆ ਕਿ ਬਿਲਕੁਲ ਵੀ ਪਿਆਰੀ ਨਹੀਂ ਹੈ, ਉਹ ਆਪਣਾ ਬਿਲਕੁਲ ਧਿਆਨ ਨਹੀਂ ਰੱਖਦੀ। ਇੱਕ ਦਿਨ ਸਵੇਰ ਤੋਂ ਹੀ ਮੇਰਾ ਦਿਲ ਘਬਰਾ ਰਿਹਾ ਸੀ। ਫਿਰ ਖਬਰ ਮਿਲੀ ਕਿ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ ਹੈ। ਮੇਰਾ ਪਤੀ ਤੇ ਦਿਓਰ ਦੋਨੋਂ ਮੋਟਰਸਾਈਕਲ 'ਤੇ ਜਾ ਰਹੇ ਸਨ। ਮੋਟਰਸਾਈਕਲ ਕਾਰ ਨਾਲ ਟਕਰਾ ਗਿਆ, ਜਿਸ ਕਰਕੇ ਮੇਰੇ ਪਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਮੇਰੇ ਦਿਓਰ ਨੂੰ ਬਹੁਤ ਘੱਟ ਸੱਟਾਂ ਆਈਆਂ ਸਨ। ਹਜੇ ਤਾਂ ਮੇਰੇ ਵਿਆਹ ਨੂੰ 1 ਸਾਲ ਵੀ ਨਹੀਂ ਹੋਇਆ ਸੀ। ਮੈਂ ਵਿਧਵਾ ਹੋ ਚੁੱਕੀ ਸੀ। ਮੈਂ ਪੂਰੀ ਤਰ੍ਹਾਂ ਗਮ ਵਿੱਚ ਡੁੱਬ ਚੁੱਕੀ ਸੀ। ਪਤੀ ਦੀ ਮੌਤ ਤੋਂ ਬਾਅਦ ਮੈਂ ਵੀ ਸਸੁਰਾਲ ਵਿੱਚ ਹੀ ਰਹਿੰਦੀ ਸੀ। ਸਾਰੇ ਕਹਿੰਦੇ ਕਿ ਇਸ ਦੀ ਜ਼ਿੰਦਗੀ ਬਰਬਾਦ ਹੋ ਗਈ। ਮੇਰੀ ਦਰਾਣੀ ਵੀ ਬਹੁਤ ਉਦਾਸ ਸੀ। ਉਹ ਬਾਰ-ਬਾਰ ਮੈਨੂੰ ਸਮਝਾ ਰਹੀ ਸੀ। ਮੈਂ ਸਾਰਾ ਗੁੱਸਾ ਉਸ 'ਤੇ ਹੀ ਕੱਢ ਦਿੱਤਾ। ਮੈਂ ਕਿਹਾ, ਤੇਰੇ ਪਤੀ ਦੇ ਨਾਲ ਹੀ ਮੇਰਾ ਪਤੀ ਗਿਆ ਸੀ। ਕਿਸੇ ਨੂੰ ਇਹ ਕਹਿਣਾ ਬਹੁਤ ਸੌਖਾ ਹੁੰਦਾ ਹੈ ਕਿ ਸੰਭਾਲੋ ਖੁਦ ਨੂੰ, ਪਰ ਜਦੋਂ ਖੁਦ 'ਤੇ ਬੀਤਦੀ ਹੈ ਤਾਂ ਪਤਾ ਚੱਲਦਾ ਹੈ। ਜੇ ਮੇਰੀ ਜਗ੍ਹਾ ਤੂੰ ਹੁੰਦੀ ਤਾਂ ਮੈਂ ਦੇਖਦੀ ਕਿ ਤੂੰ ਇੰਨਾ ਵੱਡਾ ਦੁੱਖ ਕਿਵੇਂ ਬਰਦਾਸ਼ਤ ਕਰਦੀ। ਤੇਰਾ ਪਤੀ ਤਾਂ ਸਹੀ ਸਲਾਮਤ ਹੈ, ਮੇਰੀ ਤਾਂ ਦੁਨੀਆ ਹੀ ਖਤਮ ਹੋ ਗਈ। ਮੇਰੇ ਦਿਓਰ ਨੇ ਵੀ ਇਹ ਸਭ ਸੁਣ ਲਿਆ, ਪਰ ਕੋਈ ਜਵਾਬ ਨਾ ਦਿੱਤਾ। ਮੇਰੇ ਪਤੀ ਨੂੰ ਮਰੇ ਕੁਝ ਮਹੀਨੇ ਹੀ ਹੋਏ ਸਨ ਕਿ ਮੇਰੀ ਦਰਾਣੀ ਨੇ ਮੇਰੀ ਸੱਸ ਸਾਹਮਣੇ ਇੱਕ ਗੱਲ ਰੱਖੀ, ਜਿਸ ਨੂੰ ਸਾਰੇ ਘਰ ਦੇ ਉਦੋਂ ਹੀ ਮੰਨ ਗਏ। ਗੱਲ ਇਹ ਸੀ ਕਿ ਮੇਰੀ ਦਰਾਣੀ ਮੈਨੂੰ ਆਪਣੀ ਸੌਂਕਣ ਬਣਾਉਣਾ ਚਾਹੁੰਦੀ ਸੀ। ਉਹ ਚਾਹੁੰਦੀ ਸੀ ਕਿ ਮੈਂ ਉਸਦੇ ਪਤੀ ਜਾਣੀ ਕਿ ਆਪਣੇ ਦਿਓਰ ਨਾਲ ਵਿਆਹ ਕਰਵਾ ਲਵਾਂ। ਮੇਰਾ ਦਿਓਰ ਪ੍ਰਦੀਪ ਵੀ ਇਸ ਲਈ ਤਿਆਰ ਸੀ। ਸਾਰੇ ਇਕੱਠੇ ਬੈਠੇ ਸਨ। ਉਦੋਂ ਮੇਰਾ ਦਿਓਰ ਬੋਲਿਆ, ਮੈਂ ਮੋਟਰਸਾਈਕਲ ਚਲਾ ਰਿਹਾ ਸੀ, ਪਰ ਵੀਰਾ ਮੇਰੇ ਪਿੱਛੇ ਬੈਠਾ ਸੀ। ਮੈਨੂੰ ਅਜਿਹਾ ਲੱਗਦਾ ਹੈ ਕਿ ਮੇਰੇ ਹਿੱਸੇ ਦੀ ਮੌਤ ਉਹਨਾਂ ਨੂੰ ਆ ਗਈ, ਇਸ ਲਈ ਉਹਨਾਂ ਦੀਆਂ ਜ਼ਿੰਮੇਵਾਰੀਆਂ ਮੈਂ ਨਿਭਾਉਣੀਆਂ ਚਾਹੁੰਦੀਆਂ ਹਾਂ। ਸਾਰੇ ਘਰ ਦੇ ਵੀ ਇਹੀ ਚਾਹੁੰਦੇ ਸਨ। ਮੇਰੇ ਮਾਂ-ਬਾਪ ਨੂੰ ਵੀ ਸੱਦਿਆ ਗਿਆ, ਉਹ ਵੀ ਇਸ ਗੱਲ ਨਾਲ ਸਹਿਮਤ ਸਨ। ਉਹ ਕਹਿਣ ਲੱਗੇ ਕਿ ਜੇ ਮੁੰਡਾ ਇਸ ਲਈ ਤਿਆਰ ਹੈ ਤਾਂ ਫਿਰ ਕਿਸੇ ਨੂੰ ਕੀ ਇਤਰਾਜ਼। ਮੇਰੀ ਦਰਾਣੀ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਉਹ ਕਹਿਣ ਲੱਗੀ ਕਿ ਮੈਂ ਆਪਣਾ ਪਤੀ ਤੇਰੇ ਨਾਲ ਵੰਡ ਕੇ ਤੇਰੇ ਦੁੱਖ ਨੂੰ ਘੱਟ ਕਰਨਾ ਚਾਹੁੰਦੀ ਹਾਂ। ਪਰ ਮੈਨੂੰ ਇਹ ਗੱਲ ਬਹੁਤ ਜ਼ਿਆਦਾ ਅਜੀਬ ਲੱਗੀ, ਪਰ ਮੈਂ ਸਭ ਦਾ ਫੈਸਲਾ ਮੰਨ ਲਿਆ, ਕਿਉਂਕਿ ਸਭ ਨੂੰ ਇਹੀ ਸਹੀ ਲੱਗ ਰਿਹਾ ਸੀ। ਮੇਰੇ ਦਿਓਰ ਦਰਾਣੀ ਦੀ ਸਭ ਤਾਰੀਫ ਕਰਨ ਲੱਗੇ। ਹੁਣ ਮੇਰਾ ਦਿਓਰ ਮੇਰਾ ਪਤੀ ਬਣ ਚੁੱਕਿਆ ਸੀ। ਮੈਂ ਹਜੇ ਵੀ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ, ਪਰ ਮੇਰਾ ਦਿਓਰ ਮੇਰੇ ਕਮਰੇ ਵਿੱਚ ਆ ਗਿਆ। ਮੇਰੀ ਦਰਾਣੀ ਵੀ ਮੇਰੇ ਕਮਰੇ ਵਿੱਚ ਆਈ। ਉਸਦੇ ਹੱਥ ਵਿੱਚ ਕੁਝ ਸੀ। ਉਹ ਇੱਕ ਪਲੇਟ ਵਿੱਚ ਮੇਰੇ ਲਈ ਦੇਸੀ ਘਿਓ ਦਾ ਪਰੌਂਠਾ ਤੇ ਦੁੱਧ ਲੈ ਕੇ ਆਈ। ਕਹਿਣ ਲੱਗੀ ਕਿ ਇਹ ਤੇਰੇ ਲਈ। ਮੈਨੂੰ ਰਾਤ ਨੂੰ ਇੰਨਾ ਹੈਵੀ ਖਾਣ ਦੀ ਆਦਤ ਨਹੀਂ ਸੀ। ਉਹ ਕਹਿਣ ਲੱਗੀ ਕਿ ਤੂੰ ਹੁਣ ਆਪਣਾ ਪੂਰਾ ਧਿਆਨ ਰੱਖ।
ਫਿਰ ਹੀ ਤੇਰੀ ਸਿਹਤ ਚੰਗੀ ਰਹੇਗੀ। ਰੱਬ ਤੇਰੀ ਗੋਦ ਛੇਤੀ ਭਰ ਦੇਵੇ। ਮੈਂ ਕਿਹਾ, ਬੱਚੇ ਦੀ ਗੱਲ ਹੈ ਤਾਂ ਤੂੰ ਇਹ ਸਭ ਆਪਣੇ ਲਈ ਕਿਉਂ ਨਹੀਂ ਕਰਦੀ? ਤਾਂ ਉਹ ਕਹਿਣ ਲੱਗੀ, ਮੈਂ ਵੀ ਰੋਜ਼ ਇਹੀ ਖਾਂਦੀ ਹਾਂ। ਮੈਂ ਉਹ ਪਰੌਂਠਾ ਖਾ ਕੇ ਦੁੱਧ ਪੀ ਲਿਆ। ਮੇਰੀ ਦਰਾਣੀ ਮੇਰਾ ਬਹੁਤ ਖਿਆਲ ਰੱਖਦੀ, ਉਹ ਬਹੁਤ ਚੰਗੀ ਸੀ। ਮੇਰਾ ਦਿਓਰ ਤਾਂ ਮੇਰੇ ਨਾਲ ਇਸ ਤਰ੍ਹਾਂ ਵਿਵਹਾਰ ਕਰਦਾ ਜਿਵੇਂ ਪਹਿਲਾਂ ਤੋਂ ਹੀ ਉਸਦੀ ਪਤਨੀ ਹੋਵਾਂ। ਪਹਿਲਾਂ ਤਾਂ ਮੈਂ ਉਸਦੀ ਭਾਬੀ ਹੀ ਸੀ, ਪਰ ਉਸਨੇ ਤਾਂ ਕੋਈ ਸ਼ਰਮ ਨਾ ਰੱਖੀ। ਥੋੜ੍ਹਾ ਸ਼ਰਮੀਲਾਪਨ ਤਾਂ ਜ਼ਰੂਰੀ ਸੀ। ਉਹ ਮੈਨੂੰ ਬਹੁਤ ਪਿਆਰ ਨਾਲ ਰੱਖਦਾ। ਕਈ ਵਾਰ ਤਾਂ ਮੈਂ ਉਸਨੂੰ ਖੁਦ ਕਹਿੰਦੀ ਕਿ ਥੋੜ੍ਹਾ ਸਮਾਂ ਤਾਂ ਨੇਹਾ ਨੂੰ ਵੀ ਦੇ ਦਿਆ ਕਰ, ਉਸਨੇ ਮੇਰੇ ਲਈ ਇੰਨਾ ਵੱਡਾ ਬਲਿਦਾਨ ਦਿੱਤਾ ਹੈ। ਪਰ ਉਹ ਜ਼ਿੱਦ ਕਰਕੇ ਮੇਰੇ ਕਮਰੇ ਵਿੱਚ ਹੀ ਸੌਂ ਜਾਂਦਾ। ਮੇਰੀ ਸੱਸ ਵੀ ਮੈਨੂੰ ਸਮਝਾਉਂਦੀ ਕਿ ਨੇਹਾ ਨੇ ਤੇਰੇ ਲਈ ਇੰਨਾ ਵੱਡਾ ਬਲਿਦਾਨ ਦਿੱਤਾ ਹੈ, ਉਸਨੂੰ ਕਦੇ ਵੀ ਉਸਦੇ ਪਤੀ ਤੋਂ ਦੂਰ ਨਾ ਕਰੀ। ਮੈਂ ਕਿਹਾ, ਮੈਂ ਅਜਿਹਾ ਕੁਝ ਨਹੀਂ ਕਰਦੀ। ਬਸ ਇੱਕ ਪਤਨੀ ਦੇ ਤੌਰ 'ਤੇ ਆਪਣੇ ਪਤੀ ਦੀ ਹਰ ਗੱਲ ਮੰਨਦੀ ਹਾਂ। ਉਸਨੂੰ ਧੱਕੇ ਨਾਲ ਕਮਰੇ ਵਿੱਚੋਂ ਨਹੀਂ ਕੱਢ ਸਕਦੀ, ਪਰ ਜਾਣੇ ਅਣਜਾਣੇ ਆਪਣੀ ਦਰਾਣੀ ਨਾਲ ਮੈਂ ਗਲਤ ਕਰ ਰਹੀ ਸੀ। ਉਸਨੇ ਮੇਰਾ ਬਹੁਤ ਸਾਥ ਦਿੱਤਾ ਸੀ, ਪਰ ਮੈਂ ਕੀ ਕਰ ਸਕਦੀ ਸੀ? ਪ੍ਰਦੀਪ ਮੇਰੇ ਕਮਰੇ ਵਿੱਚੋਂ ਜਾਣਾ ਹੀ ਨਹੀਂ ਚਾਹੁੰਦਾ ਸੀ। ਪਰ ਨੇਹਾ ਕਹਿ ਦਿੰਦੀ ਕਿ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ, ਪ੍ਰਦੀਪ ਹੁਣ ਤੇਰਾ ਵੀ ਪਤੀ ਹੈ। ਉਹ ਕਹਿਣ ਲੱਗੀ ਕਿ ਜਿਨ੍ਹਾਂ ਔਰਤਾਂ ਦੇ ਪਤੀ ਉਹਨਾਂ ਨੂੰ ਪਸੰਦ ਕਰਦੇ ਹਨ, ਉਹ ਖੁਸ਼ਕਿਸਮਤ ਹੁੰਦੀਆਂ ਹਨ, ਅਤੇ ਜਿਨ੍ਹਾਂ ਦੇ ਪਤੀ ਉਹਨਾਂ ਨੂੰ ਪਸੰਦ ਨਹੀਂ ਕਰਦੇ, ਉਹ ਬਦਕਿਸਮਤ ਹੁੰਦੀਆਂ ਹਨ। ਕਹਿੰਦੇ ਕਹਿੰਦੇ ਉਹ ਕਿਤੇ ਖੋ ਗਈ। ਉਹ ਬਹੁਤ ਚੰਗੀ ਸੀ, ਮੇਰਾ ਬਹੁਤ ਧਿਆਨ ਰੱਖਦੀ ਸੀ। ਮੈਂ ਇੱਕ ਦਿਨ ਉਸ ਨਾਲ ਡਾਕਟਰ ਕੋਲ ਗਈ ਤਾਂ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਹਾਂ। ਡਾਕਟਰ ਕੋਲੋਂ ਵਾਪਸੀ 'ਤੇ ਅਸੀਂ ਪਾਰਕ ਵਿੱਚ ਚਲੀਆਂ ਜਾਂਦੀਆਂ। ਨੇਹਾ ਮੈਨੂੰ ਬਹੁਤ ਸਾਰੇ ਪੈਸੇ ਵੀ ਦੇ ਦਿੰਦੀ ਅਤੇ ਪੁੱਛਣ 'ਤੇ ਕਹਿਣ ਲੱਗੀ ਕਿ ਇਹ ਪੈਸੇ ਪ੍ਰਦੀਪ ਉਸਨੂੰ ਖਰਚ ਲਈ ਦਿੰਦਾ ਹੈ, ਤੂੰ ਵੀ ਉਹਨਾਂ ਦੀ ਪਤਨੀ ਹੈ, ਇਸ ਲਈ ਤੈਨੂੰ ਵੀ ਦੇ ਦਿੰਦੀ ਹਾਂ। ਨੇਹਾ ਅਤੇ ਮੇਰੇ ਪਿਆਰ ਵਿੱਚ ਬਹੁਤ ਵੱਧ ਗਿਆ ਸੀ। ਅਸੀਂ ਅਕਸਰ ਇੱਕੋ ਜਿਹੀਆਂ ਚੀਜ਼ਾਂ ਲੈ ਲੈਂਦੀਆਂ। ਇੱਕ ਦਿਨ ਅਸੀਂ ਦੋਨਾਂ ਇੱਕੋ ਜਿਹੇ ਦੁਪੱਟੇ ਨਾਲ ਮੂੰਹ ਢਕਿਆ ਹੋਇਆ ਸੀ। ਅਸੀਂ ਹਸਪਤਾਲ ਗਈਆਂ ਸੀ। ਨਰਸ ਨੂੰ ਕੁਝ ਗਲਤਫਹਿਮੀ ਹੋ ਗਈ। ਉਹ ਮੇਰੇ ਕੰਨ ਵਿੱਚ ਕਹਿਣ ਲੱਗੀ ਕਿ ਅੱਜ ਆਪਦੀ ਸੌਂਕਣ ਨੂੰ ਨੀਂਦ ਦੀ ਗੋਲੀ ਨਾ ਦੇਵੀਂ। ਮੈਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ। ਮੈਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਉਹ ਇਸ ਲਈ ਮੈਨੂੰ ਰੋਜ਼ ਆਪ ਖਾਣਾ ਲਿਆ ਕੇ ਦਿੰਦੀ ਸੀ ਤਾਂ ਜੋ ਮੈਨੂੰ ਨੀਂਦ ਦੀ ਗੋਲੀ ਦੇ ਸਕੇ। ਪਰ ਉਹ ਅਜਿਹਾ ਕਿਉਂ ਕਰ ਰਹੀ ਸੀ? ਮੇਰੇ ਦਿਲ ਵਿੱਚ ਹਜ਼ਾਰਾਂ ਸਵਾਲ ਆ ਰਹੇ ਸਨ। ਫਿਰ ਮੈਂ ਸੋਚਿਆ ਕਿ ਸ਼ਾਇਦ ਨਰਸ ਤੋਂ ਕੋਈ ਗਲਤੀ ਹੋ ਗਈ ਹੈ, ਪਰ ਉਸਨੇ ਤਾਂ ਸਾਫ਼ ਮੇਰੀ ਦਰਾਣੀ ਦਾ ਹੀ ਨਾਮ ਲਿਆ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਫਿਰ ਮੈਂ ਸੋਚਿਆ ਕਿ ਮੈਂ ਪ੍ਰਦੀਪ ਨੂੰ ਸਭ ਕੁਝ ਦੱਸ ਦਿੰਦੀ ਹਾਂ, ਪਰ ਪ੍ਰਦੀਪ ਨੇ ਮੈਨੂੰ ਅਜਿਹੀ ਗੱਲ ਕਹੀ ਜਿਸ ਨਾਲ ਸਭ ਕੁਝ ਸਾਹਮਣੇ ਆ ਗਿਆ। ਪ੍ਰਦੀਪ ਕਹਿਣ ਲੱਗਿਆ ਕਿ ਇਹ ਸਭ ਸੁਣ ਕੇ ਹੁਣ ਮੈਥੋਂ ਦੂਰ ਨਾ ਹੋ ਜਾਵੀਂ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਭਰਾ ਦੀ ਮੌਤ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਸੀ। ਮੈਨੂੰ ਨੇਹਾ ਬਿਲਕੁਲ ਪਸੰਦ ਨਹੀਂ ਸੀ, ਨਾ ਉਸਨੂੰ ਗੱਲ ਕਰਨ ਦਾ ਢੰਗ ਹੈ। ਮੈਂ ਹਮੇਸ਼ਾ ਉਸਨੂੰ ਕਹਿੰਦਾ ਕਿ ਭਾਬੀ ਵਰਗੀ ਕਿਉਂ ਨਹੀਂ ਬਣ ਜਾਂਦੀ। ਉਹ ਤੇਰੇ ਤੋਂ ਬਹੁਤ ਨਫ਼ਰਤ ਕਰਦੀ ਸੀ। ਮੈਂ ਸੁਣ ਕੇ ਹੈਰਾਨ ਸੀ ਕਿ ਨੇਹਾ ਮੇਰੇ ਤੋਂ ਨਫ਼ਰਤ ਕਰਦੀ ਸੀ। ਫਿਰ ਉਸਨੇ ਆਪਣਾ ਵਿਆਹ ਕਿਉਂ ਕਰਵਾਇਆ? ਫਿਰ ਪ੍ਰਦੀਪ ਨੇ ਕਿਹਾ ਕਿ ਉਹ ਕੌਣ ਹੁੰਦੀ ਹੈ ਆਪਣਾ ਵਿਆਹ ਕਰਵਾਉਣ ਵਾਲੀ? ਸ਼ਾਇਦ ਆਪਣੀ ਕਿਸਮਤ ਵਿੱਚ ਇੱਕ ਹੋਣਾ ਲਿਖਿਆ ਸੀ। ਚੰਗਾ ਹੁੰਦਾ ਜੇ ਮੈਂ ਭਰਾ ਦੀ ਜਗ੍ਹਾ 'ਤੇ ਮੇਰੀ ਮੌਤ ਹੋ ਜਾਂਦੀ। ਉਹ ਬਹੁਤ ਚੰਗਾ ਇਨਸਾਨ ਸੀ, ਪਰ ਸ਼ਾਇਦ ਆਪਣੀ ਕਿਸਮਤ ਵਿੱਚ ਇਹੀ ਲਿਖਿਆ ਸੀ। ਉਸ ਤੋਂ ਬਾਅਦ ਸੋਚਿਆ ਕਿ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂ। ਮੈਂ ਤੈਨੂੰ ਸਹਾਰਾ ਦੇਣਾ ਚਾਹੁੰਦਾ ਸੀ, ਇਸ ਲਈ ਮੈਂ ਨੇਹਾ ਤੋਂ ਇਹ ਗੱਲ ਕਰਵਾਈ। ਮੈਂ ਉਸਨੂੰ ਤਲਾਕ ਦੇਣ ਦੀ ਧਮਕੀ ਦਿੱਤੀ ਸੀ, ਇਸ ਲਈ ਉਹ ਮੰਨ ਗਈ। ਮੇਰੇ ਕਹਿਣ 'ਤੇ ਹੀ ਉਹ ਤੇਰਾ ਇੰਨਾ ਖਿਆਲ ਰੱਖਦੀ ਸੀ। ਮੈਂ ਪੂਰੀ ਜ਼ਿੰਦਗੀ ਤੇਰੇ ਨਾਲ ਬਿਤਾਉਣਾ ਚਾਹੁੰਦਾ ਹਾਂ। ਪ੍ਰਦੀਪ ਦੀ ਸਾਰੀ ਗੱਲ ਸੁਣ ਕੇ ਮੈਂ ਨਰਸ ਵਾਲੀ ਗੱਲ ਉਸਨੂੰ ਦੱਸੀ। ਉਹ ਹੈਰਾਨ ਰਹਿ ਗਿਆ। ਉਹ ਕਹਿਣ ਲੱਗਾ ਕਿ ਮੈਂ ਉਸਨੂੰ ਤੈਨੂੰ ਪੈਸੇ ਦੇਣ ਲਈ ਕਦੇ ਨਹੀਂ ਦਿੱਤੇ, ਉਹ ਝੂਠ ਬੋਲ ਰਹੀ ਹੈ। ਪ੍ਰਦੀਪ ਗੁੱਸੇ ਵਿੱਚ ਨੇਹਾ ਦੇ ਕਮਰੇ ਵਿੱਚ ਗਿਆ ਅਤੇ ਉਸਨੂੰ ਸੱਚ ਦੱਸਣ ਲਈ ਕਿਹਾ। ਪਹਿਲਾਂ ਤਾਂ ਉਹ ਸਾਫ਼ ਮੁੱਕਰ ਗਈ, ਪਰ ਜਦੋਂ ਪ੍ਰਦੀਪ ਨੇ ਉਸਨੂੰ ਕਿਹਾ ਕਿ ਉਹ ਉਸ ਡਾਕਟਰ ਨੂੰ ਮਿਲ ਕੇ ਆਇਆ ਹੈ, ਸੱਚ ਦੱਸ ਦੇ, ਨਹੀਂ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ। ਇਸ ਤੋਂ ਬਾਅਦ ਨੇਹਾ ਨੇ ਜੋ ਬੋਲਿਆ ਉਹ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਉਹ ਬੋਲੀ, ਦੇ ਤਲਾਕ, ਤੇਰੇ ਵਰਗੇ ਇਨਸਾਨ ਨਾਲ ਰਹਿਣਾ ਕੌਣ ਚਾਹੁੰਦਾ ਹੈ ਜੋ ਆਪਣੀ ਹੀ ਭਾਬੀ ਨੂੰ ਗਲਤ ਨਜ਼ਰ ਨਾਲ ਦੇਖਦਾ ਹੋਵੇ। ਹਾਂ, ਮੈਂ ਦੁੱਧ ਵਿੱਚ ਮਿਲਾ ਕੇ ਦਿੰਦੀ ਸੀ ਦਵਾਈ ਤਾਂ ਜੋ ਤੂੰ ਬੱਚਾ ਪੈਦਾ ਨਾ ਕਰ ਸਕੇ ਅਤੇ ਹੌਲੀ ਹੌਲੀ ਤੂੰ ਮੌਤ ਦੇ ਨੇੜੇ ਪਹੁੰਚ ਜਾਵੇਂ। ਮੈਂ ਤੇਰੀ ਜਾਨ ਲੈਣਾ ਚਾਹੁੰਦੀ ਸੀ। ਮੈਂ ਤੇਰੇ ਵਰਗੇ ਘਟੀਆ ਇਨਸਾਨ ਨਾਲ ਰਹਿਣਾ ਵੀ ਨਹੀਂ ਚਾਹੁੰਦੀ। ਨੇਹਾ ਬਿਨਾਂ ਤਲਾਕ ਦੇ ਹੀ ਹਮੇਸ਼ਾ ਲਈ ਘਰ ਛੱਡ ਕੇ ਚਲੀ ਗਈ ਸੀ। ਮੈਂ ਅੱਜ ਵੀ ਜਦੋਂ ਉਸ ਬਾਰੇ ਸੋਚਦੀ ਤਾਂ ਹੈਰਾਨ ਹੋ ਜਾਂਦੀ ਕਿ ਚਿਹਰੇ ਦੇ ਵਿਵਹਾਰ ਤੋਂ ਅਸੀਂ ਕਿਸੇ ਨੂੰ ਨਹੀਂ ਜਾਣ ਸਕਦੇ। ਕਦੇ ਕਦੇ ਮਾਸੂਮ ਨਜ਼ਰ ਆਉਣ ਵਾਲੇ ਇਨਸਾਨ ਬਹੁਤ ਖਤਰਨਾਕ ਹੁੰਦੇ ਹਨ। ਮੇਰੀ ਦਰਾਣੀ ਦੇ ਦਿਲ ਵਿੱਚ ਜ਼ਹਿਰ ਉਦੋਂ ਪੈਦਾ ਹੋਇਆ ਹੋਵੇਗਾ ਜਦੋਂ ਉਸਦਾ ਪਤੀ ਉਸਨੂੰ ਮੇਰੀ ਉਦਾਹਰਨ ਦੇਣ ਲੱਗਿਆ ਹੋਵੇਗਾ। ਮੇਰੇ ਪਤੀ ਨੇ ਉਸ ਨਾਲ ਗਲਤ ਕੀਤਾ, ਪਰ ਉਸਨੂੰ ਮੇਰੇ ਨਾਲ ਇੰਨਾ ਗਲਤ ਨਹੀਂ ਕਰਨਾ ਚਾਹੀਦਾ ਸੀ। ਮੈਂ ਤਾਂ ਹਰ ਚੀਜ਼ ਤੋਂ ਅਣਜਾਣ ਸੀ, ਪਰ ਫਿਰ ਵੀ ਉਹ ਮੇਰੀ ਜਾਨ ਲੈਣਾ ਚਾਹੁੰਦੀ ਸੀ। ਮੈਨੂੰ ਤਾਂ ਲੱਗਿਆ ਸੀ ਕਿ ਮੈਂ ਕਦੇ ਮਾਂ ਨਹੀਂ ਬਣ ਸਕਾਂਗੀ, ਪਰ ਜਿਸਨੇ ਦੁਨੀਆ ਵਿੱਚ ਆਉਣਾ ਹੁੰਦਾ ਹੈ ਉਹ ਆ ਹੀ ਜਾਂਦਾ ਹੈ। ਮੈਂ 2 ਜੋੜੇ ਬੱਚਿਆਂ ਨੂੰ ਜਨਮ ਦਿੱਤਾ, ਇੱਕ ਮੁੰਡਾ ਅਤੇ ਇੱਕ ਕੁੜੀ। ਰੱਬ ਦੀ ਮਿਹਰ ਨਾਲ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ। ਮੇਰੀ ਦਰਾਣੀ ਕਿੱਥੇ ਹੈ, ਕਿਸ ਨਾਲ ਹੈ, ਮੈਨੂੰ ਇਸ ਦੀ ਕੋਈ ਖਬਰ ਨਹੀਂ ਹੈ। ਪਤਾ ਨਹੀਂ ਉਸਨੇ ਹੋਰ ਵਿਆਹ ਕੀਤਾ ਜਾਂ ਨਹੀਂ।
ਪਰ ਕਦੇ-ਕਦੇ ਮੈਂ ਸੋਚਦੀ ਹਾਂ ਕਿ ਮੇਰੇ ਪਤੀ ਨੇ ਉਸ ਨਾਲ ਗਲਤ ਕੀਤਾ ਜੋ ਉਸਨੂੰ ਇਸ ਮੁਕਾਮ ਤੱਕ ਲੈ ਆਇਆ ਕਿ ਉਹ ਇਸ ਹੱਦ ਤੱਕ ਚਲੀ ਗਈ। ਚਾਹੁੰਦੀ ਤਾਂ ਇਸ ਦਾ ਹੱਲ ਮੇਰੇ ਨਾਲ ਮਿਲ ਕੇ ਵੀ ਕੱਢ ਸਕਦੀ ਸੀ, ਪਰ ਉਸਨੇ ਤਾਂ ਰਸਤਾ ਹੀ ਗਲਤ ਚੁਣ ਲਿਆ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਸੀ। ਪਰ ਜਾਣੇ ਅਣਜਾਣੇ ਉਸਨੇ ਮੈਨੂੰ ਬਿਨਾਂ ਕਿਸੇ ਗਲਤੀ ਦੇ ਬਹੁਤ ਵੱਡੀ ਸਜ਼ਾ ਦੇ ਦੇਣੀ ਸੀ, ਜਿਸ ਦੇ ਨਤੀਜੇ ਵਜੋਂ ਮੈਂ ਆਪਣੀ ਜਾਨ ਗਵਾ ਦੇਣੀ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।